गुरबाणी दीयां विचारां सरवण करिए। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच कबीर ऐसी होए परी मन को भावत कीन मरने ते क्या डरपना जब हाथ सिधौरा लीन परम सन्मान जोग गुरु रूप गुरु खालसा सत संगत जी वाहिगुरु जी का खालसा वाहिगुरु जी की फतेह। आप सरबत संगतां बड़ी शरधा भावना ते उत्साह दे नाल दसां पातशाहियां दे पावन प्रतक्ष स्वरूप सतगुरु हाजर नाजर सतगुरु गरीब नवाज सतगुरु तख्त चबर छतर दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी दे पावन पवित्र चरनां अंदर बड़ी शरधा भावना दे नाल नतमस्तक हो करके संसार दे और इस त्रिलोकी दे लासानी शहीद दमदमी टकसाल दे पहले मुखी और मिसल शहीदां जथेबंदी दे पहले जथेदार अमर शहीद धन धन बाबा दीप सिंह साहिब जी दे इस परम पवित्र स्थान जिथे अज दे दिन उन्होंने शहादत दिती है, ये महान बाबा जी का शहीदी स्थान गुरुद्वारा श्री टाला साहिब विखे धन बाबा दीप सिंह साहिब जी के शहीदी दिहाड़ियां ते अमृत वेले तो संगतां हाजरी भर रही हैं। दास तो पहला खालसा पंथ के महान रागी जथियां ने गुरबाणी का कीर्तन आप जी नूं सरवण करवाया, गुरमत दीयां विचारां सरवण करवाइयां। सिख पंथ के बड़े प्रसिद्ध रागी जथे परोपकारी जीअड़े भाई साहब भाई गुरु इकबाल सिंह जी, बीबी कौलां जी भलाई केंद्र श्री अमृतसर साहिब, उन्होंने बहुत रस भिन्ना कीर्तन और बाबा जी के इतिहास उत्ते बड़ियां सुंदर विचारां आप जी नूं सरवण करवाइयां। उस तो उपरंत सचखंड श्री हरमंदर साहिब जी दे एडिशनल हैड ग्रंथी सन्मानयोग सिंह साहिब ज्ञानी जगतार सिंह जी, वो भी आप संगतां दे दर्शन करके गए हैं। कलगीधर दशमेश पिता धन श्री गुरु गोबिंद सिंह साहिब सच्चे पातशाह जी ने अपने मुखार बिंद तो ये बचन कहे हैं, कबहू रण जूझियो नहीं कछ दै जस नह लीन, गाम बस्त जानियो नहीं जम सो किन कह दीन। मैं फिर दोहरा दियां सतगुरां दियां ना पंक्तियां नूं, ये दसम दी बाणी दे अंदर ये बचन सतगुरु जी दे आए है। हजूर फरमान करदे है, कबहू रण जूझियो नहीं कछ दै जस नह लीन, गाम बस्त जानियो नहीं जम सो किन कह दीन। कलगीधर पातशाह फरमान करते है कि मनुख ने जीवन के अंदर अपना तन मनुखी जामा मात लोक ते धारण कर लिया और बड़ा सोहना मनुखी जन्म प्राप्त करके वो मनुखा जन्म
ਜਿਸ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ। ਕਿਉਂਕਿ ਹਜ਼ੂਰ ਨੇ ਗੁਰਬਾਣੀ ਅੰਦਰ ਬੜਾ ਸੁੰਦਰ ਫਰਮਾਨ ਕੀਤਾ ਹੈ ਕਿ ਇਹ ਜਿਹੜਾ ਮਨੁੱਖਾ ਜਨਮ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ, ਗਿਰਹਿ ਬਹੁਰ ਨਾ ਲਾਗਹਿ ਡਾਰ। ਹਜ਼ੂਰ ਫਰਮਾਨ ਕਰਦੇ ਆ ਕਿ ਮਨੁੱਖਾ ਜਨਮ ਬੜਾ ਦੁਰਲੱਭ ਹੈ, ਬੜਾ ਬੇਕੀਮਤਾ ਹੈ, ਔਰ ਇਹ ਦਾਤ ਜਿਹੜੀ ਮਨੁੱਖਾ ਜੀਵਨ ਦੀ ਇੱਕ ਵਾਰੀ ਲੱਭ ਗਈ, ਇਹ ਦੁਬਾਰਾ ਨਹੀਂ ਲੱਭਣੀ, ਦੁਬਾਰਾ ਨਹੀਂ ਪ੍ਰਾਪਤ ਹੋਣੀ। ਦੁਰਲੱਭ ਵਸਤੂ ਉਸੇ ਨੂੰ ਕਿਹਾ ਜਾਂਦਾ ਜਿਸ ਨੂੰ ਇੱਕੋ ਵਾਰੀ ਜੀਵਨ ਵਿੱਚ ਪ੍ਰਾਪਤ ਕੀਤਾ ਜਾ ਸਕੇ, ਦੁਬਾਰਾ ਨਾ ਉਹ ਦਾਤ ਮਿਲ ਸਕੇ, ਦੁਬਾਰਾ ਨਾ ਉਹ ਵਸਤੂ ਪ੍ਰਾਪਤ ਹੋ ਸਕੇ। ਇਸ ਕਰਕੇ ਹਜ਼ੂਰ ਫਰਮਾਨ ਕਰਦੇ ਆ ਕਿ ਮਨੁੱਖਾ ਜਨਮ ਬੜਾ ਹੀ ਦੁਰਲੱਭ ਹੈ, ਬੜਾ ਬੇਸ਼ਕੀਮਤਾ ਹੈ, ਇਸ ਦਾ ਦੁਬਾਰਾ ਮਿਲਣਾ ਬੜਾ ਹੀ ਕਠਿਨ ਹੈ। ਇਸ ਲਈ ਜਿਵੇਂ ਬੂਟੇ ਨੂੰ, ਬਿਰਛ ਨੂੰ ਲੱਗਿਆ ਹੋਇਆ ਫਲ ਇੱਕ ਵਾਰੀ ਟੁੱਟ ਕੇ ਧਰਤੀ ਤੇ ਡਿੱਗ ਪਵੇ, ਦੁਬਾਰਾ ਨਹੀਂ ਲੱਗ ਸਕਦਾ, ਜੁੜ ਨਹੀਂ ਸਕਦਾ, ਇਸੇ ਤਰ੍ਹਾਂ ਮਨੁੱਖਾ ਜੀਵਨ ਵੀ ਦੁਬਾਰਾ ਨਹੀਂ ਮਿਲ ਸਕਦਾ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਫਰਮਾਨ ਕਰਦੇ ਮਨੁੱਖਾ ਦੇ ਵਾਹਿਗੁਰੂ ਨੂੰ ਮਿਲਣ ਵਾਸਤੇ ਪ੍ਰਾਪਤ ਹੋਈ ਹੈ। ਔਰ ਸਾਧ ਸੰਗਤ ਜੀ, ਐਸੀ ਮਨੁੱਖਾ ਦੇ ਬੇਕੀਮਤੀ, ਮਨੁੱਖਾ ਦੇ ਮਨੁੱਖਾ ਤਨ, ਮਨੁੱਖਾ ਸਰੀਰ ਪ੍ਰਾਪਤ ਕਰ ਲਿਆ, ਤੇ ਜੇ ਇਸ ਮਨੁੱਖਾ ਤਨ ਨੂੰ ਪ੍ਰਾਪਤ ਕਰਕੇ ਸਫਲਾ ਨਹੀਂ ਕੀਤਾ, ਇਸ ਮਨੁੱਖਾ ਤਨ ਦੀ ਵਿਸ਼ੇਸ਼ਤਾਈ ਵੀ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਦਰਸਾਈ ਹੈ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਇਹ ਮਨੁੱਖਾ ਦੇ ਜਿਹੜੀ ਮਨੁੱਖਾ ਤਨ, ਮਨੁੱਖਾ ਸਰੀਰ ਮਿਲਿਆ ਹੈ, ਇਹ ਕੇਵਲ ਤੋਂ ਕੇਵਲ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਮਿਲਿਆ ਹੈ ਸਾਨੂੰ। ਧਾਰਮਿਕ ਸ਼ਾਸਤਰਾਂ ਦਾ, ਗ੍ਰੰਥਾਂ ਦਾ ਕਥਨ ਹੈ, ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਨ ਹੇਤ ਗੋਬਿੰਦ ਦਿਓ। ਇਹ ਤਨ, ਇਹ ਸਰੀਰ, ਇਹ ਮਨੁੱਖਾ ਜਾਮਾ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ ਮਿਲਿਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਹੈ, ਬੜਾ ਹੀ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਚੇਤੇ ਕਰਦਾ ਦੁਨੀਆ ਦੀਆਂ ਗੱਲਾਂ, ਚੇਤੇ ਕਰਦਾ ਦੁਨੀਆ ਦੇ ਪਦਾਰਥ, ਦੁਨੀਆ ਦੇ ਸੁੱਖ ਦੁੱਖਾਂ ਦੇ ਵਿੱਚ ਹੀ ਤੇਰੀ ਸਿਮਰਤੀ ਲੱਗੀ ਰਹਿੰਦੀ ਹੈ। ਜਿਹੜੀ ਗੱਲ ਚੇਤੇ ਨਾ ਰਹੇ, ਉਸ ਨੂੰ ਆਪਣੀ ਨੋਟਬੁੱਕ ਦੇ ਉੱਤੇ ਹਮੇਸ਼ਾ ਤੂੰ ਦਰਜ ਕਰਦਾ। ਜੇ ਹੋਰ ਵੀ ਚੇਤੇ ਨਾ ਰਹੇ ਤਾਂ ਨਾਲ ਦੇ ਸਾਥੀ ਨੂੰ ਮਨੁੱਖ ਕਹਿੰਦਾ, ਇਹ ਗੱਲ ਮੈਨੂੰ ਭੁੱਲ ਜਾਣੀ ਹੈ, ਮੈਨੂੰ ਯਾਦ ਕਰਾ ਦੇਈਂ। ਪਰ ਸਤਿਗੁਰੂ ਕਹਿੰਦੇ ਜਿਸ ਨੂੰ ਚੇਤੇ ਕਰਨਾ ਸੀ, ਯਾਦ ਕਰਨਾ ਸੀ, ਉਸ ਦਾ ਕਦੇ ਸਿਮਰਨ ਹੀ ਨਹੀਂ ਕੀਤਾ, ਉਸ ਨੂੰ ਚੇਤੇ ਹੀ ਨਹੀਂ ਕਦੇ ਵਾਸਤੇ ਕੀਤਾ। ਉਹ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ। ਉਸ ਵਾਹਿਗੁਰੂ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਉਸ ਦੀ ਸਿਫਤ ਸਲਾਹ ਦੇ ਅੰਦਰ ਜੁੜ ਕੇ ਰਹਿਣਾ, ਔਰ ਉਸ ਨੂੰ ਯਾਦ ਕਰਦਿਆਂ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਉਹਦੀ ਭਗਤੀ ਔਰ ਬੰਦਗੀ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਨੂੰ ਮਿਲ ਪੈਣਾ ਹੀ ਮਨੁੱਖਾ ਜੀਵਨ ਦਾ ਅਸਲੀ ਪਰਮ ਪ੍ਰਯੋਜਨ ਹੈ। ਸੋ ਸਾਧ ਸੰਗਤ ਜੀ, ਮਨੁੱਖਾ ਤਨ ਤਾਂ ਪ੍ਰਾਪਤ ਕਰ ਲਿਆ, ਪਰ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਕਦੇ ਉਸ ਪਾਸੇ ਕਦਮ ਨਹੀਂ ਰੱਖਿਆ। ਕਲਗੀਧਰ ਪਾਤਸ਼ਾਹ ਕੀ ਕਹਿੰਦੇ ਆ, ਹਜ਼ੂਰ ਫਰਮਾਨ ਕਰਦੇ ਆ, ਕਬਹੂ ਰਣ ਜੂਝਿਓ ਨਹੀਂ। ਪਹਿਲੀ ਗੱਲ, ਵਾਹਿਗੁਰੂ ਦੀ ਬੰਦਗੀ ਕਰਕੇ, ਸਿਮਰਨ ਕਰਕੇ ਮਨੁੱਖਾ ਜਨਮ ਸਫਲ ਨਹੀਂ ਕੀਤਾ। ਦੂਸਰਾ, ਸਤਿਗੁਰੂ ਜੀ ਕਹਿੰਦੇ ਆ ਕਿ ਧਰਮ ਦੀ ਖਾਤਰ ਮੈਦਾਨੇ ਜੰਗ ਦੇ ਅੰਦਰ ਕਦੇ ਜੂਝ ਕੇ ਸ਼ਹੀਦੀ ਨਹੀਂ ਦਿੱਤੀ। ਤੀਸਰਾ, ਹਜ਼ੂਰ ਫਰਮਾਨ ਕਰਦੇ, ਕਛ ਦੇ ਜਸ ਨਹਿ ਲੀਨ। ਗਰੀਬਾਂ ਨੂੰ, ਲੋੜਵੰਦਾਂ ਨੂੰ, ਦੁਖੀਆਂ ਨੂੰ ਕਦੇ ਆਪਣੀ ਨੇਕ ਕਮਾਈ ਵਿੱਚੋਂ ਧਨ ਦੇ ਕੇ, ਦਸਵੰਧ ਦੇ ਕੇ, ਦਾਨ ਦੇ ਕੇ ਆਪਣੀ ਕਮਾਈ ਸਫਲ ਨਹੀਂ ਕੀਤੀ।
ਕੇਵਲ ਆਪਣੇ ਖਾਣ ਪੀਣ ਔਰ ਆਪਣੇ ਹੀ ਸਰੀਰ ਉੱਤੇ ਸਾਰੀ ਕਮਾਈ ਲਾ ਦਿੱਤੀ, ਆਪਣੀ ਐਸ਼ੋ ਇਸ਼ਰਤ ਆਰਾਮ ਸੁੱਖ ਸਹੂਲਤਾਂ ਲਈ ਸਾਰੀ ਦੌਲਤ ਖਰਚ ਕਰ ਦਿੱਤੀ, ਪਰ ਉਪਕਾਰ ਲਈ ਕਦੇ ਧਨ ਨਾ ਖਰਚ ਕੀਤਾ। ਹਜੂਰ ਕਹਿੰਦੇ ਜਿਸ ਵਿਅਕਤੀ ਨੇ ਇਹ ਅਸੂਲ, ਇਹ ਗੁਣ, ਇਹ ਪਰਉਪਕਾਰ ਜਾਂ ਕੁਰਬਾਨੀ ਨਹੀਂ ਆਪਣੇ ਜੀਵਨ ਦੇ ਵਿੱਚ ਕੀਤੀ ਹੈ, ਉਹ ਮਨੁੱਖ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਬਲਕਿ ਕਹਿੰਦੇ ਜਮਾਂ ਨੂੰ ਕਿਹਨੇ ਖਬਰ ਦੇ ਦਿੱਤੀ ਕਿ ਫਲਾਨਾ ਨਿਭਾਗਾ ਮਨੁੱਖ ਇਸ ਨਗਰ ਵਿੱਚ, ਇਸ ਸ਼ਹਿਰ ਵਿੱਚ, ਇਸ ਬਸਤੀ ਵਿੱਚ ਵਸਦਾ ਹੈ। ਉਸ ਮਨੁੱਖ ਦੀ ਕੋਈ ਹਜੂਰ ਕਹਿੰਦੇ ਹੋਂਦ ਹੀ ਨਹੀਂ। ਸਾਧ ਸੰਗਤ ਜੀ, ਗੁਰੂ ਘਰ ਦੇ ਅੰਦਰ ਇਹ ਬੜੇ 4 ਸੁਨਹਿਰੀ ਅਸੂਲ ਦਰਸਾਏ ਹੈ। ਪਰਉਪਕਾਰ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ ਔਰ ਨਾਲ ਕੁਰਬਾਨੀ ਕਰਨੀ। ਇੱਕ ਇੱਕ ਪੱਖ ਨੂੰ ਜਿਨ੍ਹਾਂ ਨੇ ਵੀ ਆਪਣੇ ਜੀਵਨ ਵਿੱਚ ਨਿਭਾਇਆ ਉਹ ਧਨਤਾ ਦੇ ਯੋਗ ਹੋ ਗਏ। ਜਿਨ੍ਹਾਂ ਨੇ ਪਰਉਪਕਾਰ ਕੀਤਾ, ਦੁਨੀਆ ਦਾ ਭਲਾ ਕੀਤਾ, ਮਨੁੱਖਾਂ ਦੇ ਭਲੇ ਲਈ, ਸ੍ਰਿਸ਼ਟੀ ਦੇ ਭਲੇ ਲਈ, ਦੁਖੀਆਂ ਅਤੇ ਲੋੜਵੰਦਾਂ ਦੇ ਭਲੇ ਲਈ ਆਪਣਾ ਜੀਵਨ ਲੇਖੇ ਲਾ ਦਿੱਤਾ, ਉਹ ਵੀ ਧਨਤਾ ਦੇ ਯੋਗ ਹਨ। ਜਿਨ੍ਹਾਂ ਨੇ ਨਾਮ ਜਪਿਆ ਉਹ ਵੀ ਧਨਤਾ ਦੇ ਯੋਗ ਹਨ, ਔਰ ਜਿਨ੍ਹਾਂ ਨੇ ਕਿਰਤ ਕਰਕੇ ਵੰਡ ਛਕਿਆ ਉਹ ਵੀ ਧਨਤਾ ਦੇ ਯੋਗ ਹਨ। ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ, ਸ਼ਹਾਦਤ ਦਿੱਤੀ ਹੈ, ਸ਼ਹੀਦੀ ਦਾ ਜਾਮ ਪੀਤਾ, ਉਹ ਵੀ ਧਨਤਾ ਦੇ ਯੋਗ ਹਨ। ਸਾਧ ਸੰਗਤ ਜੀ, ਬੜਾ ਸੁੰਦਰ ਸਾਡੇ ਧਾਰਮਿਕ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਕਿ ਇੱਕ ਵਾਰੀ ਭਗਵਾਨ ਦੀ ਸਭਾ ਦੇ ਅੰਦਰ, ਮੈਂ ਵਿਸਥਾਰ ਵਿੱਚ ਨਹੀਂ ਜਾਣਾ, ਜੈ ਬਜੈ ਕਰਕੇ 2 ਭਗਵਾਨ ਦੇ ਸਭਾ ਦੇ ਪਹਿਰੇਦਾਰ ਉਸ ਦੀ ਸਭਾ ਦੇ ਵਿੱਚ ਖੜ ਕੇ ਪਹਿਰਾ ਦੇ ਰਹੇ ਹੈ। ਔਰ ਉਸ ਵਕਤ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਨਾਰਦ ਰਿਸ਼ੀ ਆਏ ਹੈ। ਜਾਣ ਤੋਂ, ਅੰਦਰ ਜਾਣ ਤੋਂ ਰੋਕ ਦਿੱਤਾ ਕਿ ਨਹੀਂ ਜਾਣ ਦਿੱਤਾ ਜਾਏਗਾ। ਜਾਣ ਦੇਣਾ ਤਾਂ ਇੱਕ ਪਾਸੇ ਨਿਰਾਦਰ ਵੀ ਕਰ ਦਿੱਤਾ, ਸਨਮਾਨ ਵੀ ਨਾ ਰਿਸ਼ੀ ਜਾਣ ਕੇ ਕੀਤਾ। ਨਾਰਦ ਨੇ ਉਸ ਵਕਤ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ, ਮੁਖ ਤੋਂ ਕਹਿਣ ਲੱਗਾ ਕਿ ਭਗਵਾਨ ਦੀ ਸਭਾ ਦੇ ਵਿੱਚ ਤੁਸੀਂ ਉਹ ਇਸ ਡਿਊਟੀ ਦੇ ਉੱਤੇ ਰਹਿਣ ਦੇ ਯੋਗ ਨਹੀਂ। ਜਾਓ ਮਾਤ ਲੋਕ ਦੇ ਵਿੱਚ ਜਾ ਕੇ ਨਰਕਾਂ ਦੇ ਭਾਗੀ ਬਣੋ, ਨਰਕਾਂ ਦੇ ਵਿੱਚ ਜਾ ਕੇ ਤੁਹਾਡਾ ਜੀਵਨ ਪਵੇ। ਤੁਸੀਂ ਮੈਨੂੰ ਰਿਸ਼ੀ ਜਾਣ ਕੇ ਸਨਮਾਨ ਵੀ ਨਹੀਂ ਦਿੱਤਾ, ਭਗਵਾਨ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ। ਤਾਂ ਇਹ ਦੋਨੇ ਜੈ ਬਜੈ ਬੈਕੁੰਠ ਦੇ ਵਿੱਚ ਭਗਵਾਨ ਦੇ ਅੱਗੇ ਜਾਂਦੇ ਹੈ। ਕਹਿਣ ਲੱਗੇ, ਮਹਾਰਾਜ, ਸਾਡਾ ਬੜਾ ਭਾਰੀ ਅਪਮਾਨ ਹੋਇਆ ਕਿ ਅਸੀਂ ਤੁਹਾਡੇ ਦਰ ਦੀ ਸੇਵਾ ਕਰਦੇ ਹਾਂ। ਠੀਕ ਹੈ, ਤੁਹਾਡੀ ਆਗਿਆ ਨਹੀਂ ਸੀ ਕਿ ਕਿਸੇ ਮਨੁੱਖ ਨੂੰ ਬਿਨਾਂ ਆਗਿਆ ਅੰਦਰ ਨਹੀਂ ਆਉਣ ਦੇਣਾ, ਪਰ ਨਾਰਦ ਜੋ ਬ੍ਰਹਮਾ ਦਾ ਪੁੱਤਰ ਹੈ, ਬੜਾ ਵੱਡਾ ਰਿਸ਼ੀ ਆ, ਉਸ ਨੂੰ ਅਸੀਂ ਅੱਜ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ, ਰੋਕ ਦਿੱਤਾ। ਉਸ ਨੇ ਉਲਟਾ ਸਾਨੂੰ ਸ਼ਰਾਪ ਦੇ ਦਿੱਤਾ, ਔਰ ਅਸੀਂ ਉਸ ਨੂੰ ਕਿਹਾ ਕਿ ਅਸੀਂ ਭਗਵਾਨ ਦੇ ਅੜਦਲੀ ਸੇਵਾਦਾਰ ਹਾਂ, ਤੂੰ ਕੌਣ ਹੈ ਸਾਨੂੰ ਸ਼ਰਾਪ ਦੇਣ ਵਾਲਾ? ਜਾਂ ਤੇਰੇ ਵਰਗੇ ਨੇਕਾਂ ਆਉਂਦੇ ਆ ਤੇ ਤੁਰ ਜਾਂਦੇ ਆ, ਸਾਨੂੰ ਤੇਰੀ ਕੋਈ ਪਰਵਾਹ ਨਹੀਂ। ਪਰ ਉਹ ਜਾਂਦਿਆਂ ਜਾਂਦਿਆਂ ਕਹਿਣ ਲੱਗਾ, ਮੇਰਾ ਬਚਨ ਅਵਸ਼ ਪੂਰਾ ਹੋਏਗਾ। ਉਸ ਵਕਤ ਭਗਵਾਨ ਨੂੰ ਕਹਿਣ ਲੱਗੇ ਕਿ ਭਗਵਾਨ, ਸਾਨੂੰ ਮਾਤ ਲੋਕ ਤੇ ਜਾਣਾ ਹੀ ਪਵੇਗਾ, ਅਸੀਂ ਸਵਰਗ ਲੋਕ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ। ਇਤਨੇ ਵੱਡੇ ਸੁੱਖ ਅਤੇ ਆਰਾਮ ਹਨ, ਤੁਹਾਡੀ ਸਭਾ ਦੀ ਸੇਵਾ ਮਿਲੀ ਹੋਈ ਹੈ। ਭਗਵਾਨ ਕਹਿਣ ਲੱਗੇ, ਜਾਣਾ ਤਾਂ ਪਵੇਗਾ। ਕਹਿਣ ਲੱਗੇ, ਮਹਾਰਾਜ, ਅਸੀਂ ਤੁਹਾਨੂੰ ਕਿਵੇਂ ਮਿਲ ਸਕਦੇ ਹਾਂ? ਦੁਬਾਰਾ ਕਿਵੇਂ ਤੁਹਾਡੇ ਦਰਸ਼ਨ, ਤੁਹਾਡੀ ਸੇਵਾ, ਤੁਹਾਡੀ ਸੰਗਤ? ਮਾਤ ਲੋਕ ਤੇ ਚਲੇ ਗਏ, ਦੁਬਾਰਾ ਕੀ ਪਤਾ ਇੱਥੇ ਆਉਣਾ ਨਸੀਬ ਹੋਵੇਗਾ ਜਾਂ ਨਹੀਂ। ਇਹੋ ਜਿਹਾ ਆਨੰਦ ਜੀਵਨ ਵਿੱਚ ਬਾਰ-ਬਾਰ ਨਹੀਂ ਮਿਲ ਸਕਦਾ। ਅਸੀਂ ਕਿਸੇ ਢੰਗ ਦੇ ਨਾਲ ਦੁਬਾਰਾ ਤੁਹਾਨੂੰ ਮਿਲ ਸਕਦੇ ਹਾਂ। ਭਗਵਾਨ ਕਹਿਣ ਲੱਗੇ, ਜੇ ਮੈਨੂੰ ਮਿਲਣਾ
ਤਾਂ ਜੀਵਨ ਦੇ ਅੰਦਰ ਹਜ਼ਾਰਾਂ ਸਾਲ ਤੁਹਾਨੂੰ ਤਪ ਕਰਨਾ ਪਵੇਗਾ, ਤਪੱਸਿਆ ਕਰਨੀ ਪਵੇਗੀ। ਮਨੁੱਖਾ ਤਨ ਧਾਰ ਕੇ ਫੇਰ ਕਿਤੇ ਆ ਕੇ ਤੁਹਾਨੂੰ ਬੈਕੁੰਠ ਦੀ ਪ੍ਰਾਪਤੀ ਹੋਏਗੀ। ਕਹਿਣ ਲੱਗੇ ਮਹਾਰਾਜ ਜੇ ਜਲਦੀ ਤੋਂ ਜਲਦੀ ਮਿਲਣਾ ਹੋਵੇ, ਕਹਿੰਦੇ ਵੀ ਜੇ ਬਹੁਤੇ ਕਾਹਲੇ ਹੋ ਤੁਸੀਂ ਮਿਲਣ ਵਾਸਤੇ, ਫਿਰ 3 ਜਨਮ ਲੱਗਣਗੇ। 3 ਜਨਮਾਂ ਦੇ ਵਿੱਚ ਜੇ ਤੁਸੀਂ ਧਰਮ ਦੇ ਯੁੱਧ ਵਿੱਚ ਜਾ ਕੇ ਸ਼ਹਾਦਤ ਪ੍ਰਾਪਤ ਕਰੋਗੇ ਨਾ, ਤਾਂ 3 ਜਨਮਾਂ ਦੇ ਵਿੱਚ ਹੀ ਤੁਹਾਡੀ ਮੁਕਤੀ ਹੋ ਜਾਏਗੀ। 3 ਜਨਮਾਂ ਦੇ ਵਿੱਚ ਹੀ ਦੁਬਾਰਾ ਆ ਕੇ ਮਿਲ ਸਕੋਗੇ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹ ਧਾਰਮਿਕ ਗ੍ਰੰਥ ਸਾਨੂੰ ਸਿੱਖਿਆ ਦਿੰਦੇ ਹੈ ਕਿ ਜਿਹੜਾ ਸ਼ਹਾਦਤ ਦਾ ਰੁਤਬਾ ਇਹ ਬਹੁਤ ਵੱਡਾ ਮਹਾਨ ਹੈ। ਇਹ ਭਾਗਾਂ ਵਾਲਿਆਂ ਨੂੰ ਮਿਲਦਾ, ਔਰ ਹਰੀ ਸਰੀ ਇਹ ਰੁਤਬੇ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਸ਼ਹੀਦ ਹੈ ਉਸ ਦੀ ਰਸਾਈ, ਉਸ ਦੀ ਪਹੁੰਚ ਵਾਹਿਗੁਰੂ ਦੀ ਦਰਗਾਹ ਸੱਚਖੰਡ ਦੇ ਵਿੱਚ ਹੈ। ਇਸ ਲਈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਕਰਨੀ, ਜਿਨ੍ਹਾਂ ਦੀ ਕੁਰਬਾਨੀ ਜਦੋਂ ਅਸੀਂ ਪੜਚੋਲਦੇ, ਵਿਚਾਰਦੇ ਅਤੇ ਸਮਝਦੇ ਹਾਂ ਕਿ ਬਾਲ ਅਵਸਥਾ ਤੋਂ ਲੈ ਕੇ ਹੀ ਬਾਬਾ ਜੀ ਦਾ ਐਸਾ ਮਹਾਨ ਜੀਵਨ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੁੱਜਹਿ ਨ ਰਤਨ ਕਰੋੜ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਬੜਾ ਸੁੰਦਰ ਉਹਨਾਂ ਦੇ ਬਾਬਤ ਲਿਖਿਆ। ਪ੍ਰਗਟੇ ਸ੍ਰੀ ਦੀਪ ਸਿੰਘ ਮਹਾਬਲੀ ਬਰਬੀਰ, ਤਰਲੋਕੀ ਜਾਕੋ ਨਿਭਤ ਅਨੰਤ ਸ਼ਕਤ ਭਰਪੂਰ। ਮਾਤ ਪਿਤਾ ਗੁਰ ਪਗ ਰਮਤ ਰਹਿਤ ਸਦਾ ਹਜੂਰ, ਗੁਰ ਦਸਵੇਂ ਕਿਰਪਾ ਭਾਈ ਸੀਸ ਤਲੀ ਧਰ ਗੁਰੂ ਹਜੂਰ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਇਸ ਮਾਝੇ ਦੀ ਧਰਤੀ ਤੇ ਆਗਮਨ ਹੋਇਆ, ਮਹਾਂਪੁਰਖਾਂ ਦਾ ਆਗਮਨ ਹੋਇਆ ਕਰਦਾ ਹੈ। ਜੰਮਣ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜੰਮਣਾ ਮਰਨਾ ਸਾਡਾ ਸੰਸਾਰੀਆਂ ਦਾ ਹੈ। ਅਨੇਕਾਂ ਵਾਰੀ ਅਸੀਂ ਜੰਮਦੇ, ਅਨੇਕਾਂ ਵਾਰੀ ਅਸੀਂ ਮਰਦੇ ਹਾਂ। ਪਰ ਜਿਹੜੇ ਐਸੇ ਮਹਾਂਪੁਰਖ ਉਹਨਾਂ ਦਾ ਆਗਮਨ ਹੋਇਆ ਕਰਦਾ ਹੈ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਗਮਨ ਪਹੂਵਿੰਡ ਦੀ ਧਰਤੀ ਤੇ ਹੋਇਆ। ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਗੁਰਸਿੱਖ, ਅੰਮ੍ਰਿਤਧਾਰੀ ਗੁਰਸਿੱਖ ਮਾਤਾ ਪਿਤਾ ਧੰਨ ਧੰਨ ਬਾਬਾ ਭਗਤ ਸਿੰਘ ਜੀ, ਧੰਨ ਧੰਨ ਮਾਤਾ ਜਿਉਣ ਕੌਰ ਜੀ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਜਨਮ ਹੋਇਆ। 11 ਸਾਲ ਦੀ ਉਮਰ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹਸਤ ਕਮਲਾਂ ਤੋਂ ਆਪ ਜੀ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਅੰਮ੍ਰਿਤ ਛਕਾ ਕੇ ਨਾਮ ਕਰਨ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਨਾਮ, ਆਪਣੀ ਰਸਨਾ ਤੋਂ, ਆਪਣੇ ਮੁਖਾਰ ਬਿੰਦ ਤੋਂ ਬਾਬਾ ਜੀ ਦਾ ਨਾਮ ਰੱਖਿਆ, ਭਾਈ ਦੀਪ ਸਿੰਘ। ਦੀਪ ਦਾ ਅਰਥ ਹੁੰਦਾ ਪ੍ਰਕਾਸ਼, ਦੀਵੇ ਦੀ ਤਰ੍ਹਾਂ, ਸੂਰਜ ਦੀ ਤਰ੍ਹਾਂ, ਜਿਨ੍ਹਾਂ ਦਾ ਪ੍ਰਕਾਸ਼ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਵਿੱਚ, ਜਿਨ੍ਹਾਂ ਦੀ ਲੋ ਸਦਾ ਜਗਦੀ ਰਹੇ, ਜਿਨ੍ਹਾਂ ਦੇ ਨਾਮ ਦਾ, ਜਿਨ੍ਹਾਂ ਦੀ ਮਹਿਮਾ ਦਾ, ਜਿਨ੍ਹਾਂ ਦੀ ਸਿਫਤੋ ਸਲਾਹ ਦਾ ਸੂਰਜ ਹਮੇਸ਼ਾ ਵਾਸਤੇ ਚੜ੍ਹਿਆ ਰਹੇ, ਉਹ ਪਾਵਨ ਨਾਮ ਬਾਬਾ ਦੀਪ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਸ ਰਹਿ ਕੇ ਲੰਮਾ ਸਮਾਂ ਬਾਬਾ ਜੀ ਨੇ ਲੰਗਰਾਂ ਦੀ ਸੇਵਾ, ਹਜੂਰ ਦੇ ਦਰ ਦੀਆਂ ਸੇਵਾਵਾਂ, ਹਜੂਰ ਦੇ ਦਰਸ਼ਨ, ਪਵਿੱਤਰ ਉਪਦੇਸ਼ ਸਰਵਣ ਕਰਨੇ ਔਰ ਆਪਣੇ ਜੀਵਨ ਦਾ ਹਿੱਸਾ ਬਣਾਉਣੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਗੁਰੂ ਕਾ ਉਪਦੇਸ਼ ਸੰਗਤ ਵਿੱਚ ਬੈਠ ਕੇ ਸੁਣਨਾ, ਫੇਰ ਮੰਨਣਾ, ਫੇਰ ਉਹਦੀ ਕਮਾਈ ਕਰਨੀ। ਸਤਿਗੁਰਾਂ ਨੇ ਆਗਿਆ ਦੇ ਦਿੱਤੀ। ਕੁਝ ਸਾਲਾਂ ਬਾਅਦ ਕਹਿਣ ਲੱਗੇ, ਭਾਈ ਦੀਪ ਸਿੰਘ ਜੀ ਤੁਸੀਂ ਜਾਓ ਆਪਣੇ ਨਗਰ ਵਿੱਚ, ਜਦੋਂ ਸਮਾਂ ਆਏਗਾ ਅਸੀਂ ਬੁਲਾਵਾਂਗੇ, ਸੱਦ ਭੇਜਾਂਗੇ ਤੁਹਾਨੂੰ ਆਪਣੇ ਵੱਲੋਂ, ਉਦੋਂ ਸਾਡੇ ਪਾਸ ਦੁਬਾਰਾ ਆਉਣਾ। ਔਰ ਬਾਬਾ ਜੀ ਆਪਣੇ ਨਗਰ ਆਏ, ਆਪਣੇ ਮਾਤਾ ਪਿਤਾ ਜੀ ਦੇ ਪਾਸ ਰਹਿ ਕੇ ਦਸਾਂ ਨਾਹਾਂ ਦੀ ਹੱਥੀ ਧਰਮ ਦੀ ਕਿਰਤ ਵੀ ਕਰਨੀ, ਔਰ ਆਪਣੇ ਨਗਰ ਤੋਂ ਰੋਜ਼ਾਨਾ ਪੈਦਲ ਚੱਲ ਕੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਨਾ। ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਰਦੇ ਮੁਜਾਹਦ ਕਥਨੀ ਕਰਨੀ ਦੇ ਪੂਰੇ ਸੂਰੇ, ਉਹਨਾਂ ਮਹਾਂਪੁਰਖਾਂ ਨੇ ਭਾਵ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਦੱਸੇ। ਕਹਿਣ ਲੱਗੇ ਬਾਬਾ ਜੀ ਜਿੱਥੇ 5 ਬਾਣੀਆਂ ਦੇ ਪਰਪੱਕ ਨਿਤਨੇਮੀ ਸਨ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਉੱਥੇ ਸਤਿਗੁਰਾਂ ਦੀ ਅਕਾਲੀ ਧੁਰਕੀ ਗੁਰਬਾਣੀ 5 ਗ੍ਰੰਥੀ ਔਰ 10 ਗ੍ਰੰਥੀ ਦੇ ਨਿਤਨੇਮੀ ਔਰ 110 ਪਾਠ ਰੋਜ਼ਾਨਾ ਸ੍ਰੀ ਜਪਜੀ ਸਾਹਿਬ ਜੀ ਦੇ ਬਾਬਾ ਜੀ ਕਰਿਆ ਕਰਦੇ ਸਨ। ਇਤਨਾ ਵੱਡਾ ਨਿਤਨੇਮ, ਇਤਨਾ ਵੱਡਾ ਅਭਿਆਸ। ਔਰ ਸ੍ਰੀ ਦਰਬਾਰ ਸਾਹਿਬ ਆ ਕੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਦੀਆਂ ਪ੍ਰਕਰਮਾਂ ਦੇ ਅੰਦਰ ਉਹਨਾਂ ਸਮਿਆਂ ਵਿੱਚ ਸਾਧ ਸੰਗਤ ਜੀ ਅਜੇ ਅੱਜ ਕੱਲ੍ਹ ਵਰਗੀਆਂ ਸੇਵਾਵਾਂ ਨਹੀਂ ਹੋਈਆਂ ਸਨ। ਹੱਥੀਂ ਝਾੜੂ ਦੇਣਾ ਔਰ ਲੰਗਰ ਦੇ ਵਿੱਚ ਜਾ ਕੇ ਬਰਤਨ ਮਾਂਜਣੇ ਔਰ ਸਾਰਾ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸੁਣਦਿਆਂ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ ਆਪਣਾ ਸਮਾਂ ਗੁਜ਼ਾਰਨਾ। ਵਾਪਸ ਘਰੇ ਜਾ ਕੇ ਰਹਿਰਾਸ ਸਾਹਿਬ ਦਾ ਪਾਠ ਕਰਕੇ ਲੰਗਰ ਜਲ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰਨਾ ਔਰ ਰੋਜ਼ਾਨਾ ਦਾ ਨਿਤਨੇਮ ਉਹਨਾਂ ਮਹਾਂਪੁਰਖਾਂ ਦਾ। ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਸਾਹਿਬ ਜੀ ਦੇ ਯੁੱਧ ਤੋਂ ਉਪਰੰਤ ਸ੍ਰੀ ਮੁਕਤਸਰ ਸਾਹਿਬ ਜੀ ਦੇ ਉਸ ਪਾਵਨ ਪਵਿੱਤਰ ਧਰਤੀ 'ਚ 40 ਸਿੰਘਾਂ ਨੂੰ ਮੁਕਤੀਆਂ ਦੀਆਂ ਬਖਸ਼ਿਸ਼ਾਂ ਕਰਕੇ ਮੁਕਤਿਆਂ ਦਾ ਵਰਦਾਨ ਦੇ ਕੇ ਹਜ਼ੂਰ ਤੱਕ ਸ੍ਰੀ ਦਮਦਮਾ ਸਾਹਿਬ ਲਗਭਗ 1705 ਈਸਵੀ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਹੈ। ਉਦੋਂ ਫਿਰ ਬਾਬਾ ਜੀ ਨੇ 2 ਸਿੰਘਾਂ ਨੂੰ ਭੇਜ ਕੇ ਪਹੂ ਪਿੰਡ ਤੋਂ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਾਸ ਬੁਲਾਇਆ ਔਰ ਬੁਲਾ ਕੇ ਕਹਿਣ ਲੱਗੇ ਖਾਲਸੇ ਨਾਲ ਸਾਡੇ ਬਚਨ ਸਨ ਕਿ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਅਸੀਂ ਆਪਣੇ ਖਾਲਸੇ ਨੂੰ ਪੜ੍ਹਾਉਣੇ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਲਿਖਵਾਉਣਾ, 9ਵੇਂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕਰਨੀ ਹੈ। ਉਸ ਸਮੇਂ ਬਾਬਾ ਜੀ ਦੀ ਡਿਊਟੀ ਲਾਈ ਗਈ ਕਿ ਕਸ਼ਮੀਰ ਵਿੱਚੋਂ ਜਾ ਕੇ ਸਭ ਤੋਂ ਕੀਮਤੀ ਜੋ ਕਾਗਜ਼ ਹੈ, ਉਦੋਂ ਕਸ਼ਮੀਰ ਦੀ ਧਰਤੀ ਤੇ ਸਾਧ ਸੰਗਤ ਜੀ ਪੁਰਾਣੇ ਸਮਿਆਂ ਵਿੱਚ ਕਾਗਜ਼ ਤਿਆਰ ਕੀਤਾ ਜਾਂਦਾ ਸੀ। ਕਸ਼ਮੀਰ ਦੇ ਵਿੱਚੋਂ ਬਾਬਾ ਜੀ ਨੇ ਜਾ ਕੇ ਉਹ ਕਾਗਜ਼ ਜਿਨ੍ਹਾਂ ਅੰਗਾਂ ਦੇ ਉੱਤੇ ਸਤਿਗੁਰਾਂ ਦੀ ਬਾਣੀ ਲਿਖੀ ਗਈ, ਬੜੇ ਅਦਬ ਦੇ ਨਾਲ ਬੜਾ ਬੇਸ਼ਕੀਮਤੀ ਉਹ ਅੰਗ, ਉਹ ਕਾਗਜ਼ ਆਪ ਜੀ ਖਰੀਦ ਕੇ ਲੈ ਕੇ ਆਏ ਔਰ ਸਤਿਗੁਰਾਂ ਦੇ ਸਨਮੁਖ ਹਾਜ਼ਰ ਕੀਤੇ। ਔਰ ਫਿਰ ਸਤਿਗੁਰਾਂ ਨੇ 1705 ਭਾਵ 1762 ਬਿਕਰਮੀ ਔਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਕੱਤਕ ਸੁਦੀ ਪੁੰਨਿਆਂ ਨੂੰ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪ ਜੀ ਨੇ ਲਿਖਵਾਉਣੇ ਆਰੰਭ ਕਰਵਾਏ। ਅੰਮ੍ਰਿਤ ਵੇਲੇ ਹਜ਼ੂਰ ਕੰਠੋਂ ਗੁਰਬਾਣੀ ਉਚਾਰਦੇ ਅਮਰ ਸ਼ਹੀਦ ਧੰਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਟਕਸਾਲ ਦੇ ਪਹਿਲੇ ਮੁਖੀ ਹੋਣ ਦਾ ਮਾਣ ਸਤਿਗੁਰਾਂ ਨੇ ਬਖਸ਼ਿਆ, ਉਸ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ, ਜਿਨ੍ਹਾਂ ਦੀ ਉਸ ਵਕਤ 9 ਸਾਲ ਦੀ ਕੇਵਲ ਸਰੀਰ ਦੀ ਅਵਸਥਾ ਹੈ, ਭਾਈ ਮਨੀ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਬਾਲਕ ਅਵਸਥਾ ਹੈ, ਗੁਰਬਾਣੀ ਦਾ ਇਹ ਸਰੂਪ ਲਿਖਣਾ, ਗੁਰਬਾਣੀ ਦੀ ਲਿਖਾਈ ਕਰਨੀ ਮੇਰੇ ਵੱਸ ਵਿੱਚ ਨਹੀਂ। ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਨੀ ਸਿੰਘ ਜੀ, ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਇਸ ਗੁਰਬਾਣੀ ਨੂੰ ਲਿਖਣ ਬੈਠ ਜਾਇਆ ਕਰੋ, ਅਗੰਮੀ ਕਲਮ ਚੱਲੇਗੀ। ਜਿਸ ਸਤਿਗੁਰੂ ਦੀ ਬਾਣੀ ਉਹ ਆਪ ਹੀ ਲਿਖਾਏਗਾ ਤੁਹਾਡੇ ਹਸਤ ਕਮਲਾਂ ਦੁਆਰਾ। ਔਰ ਭਾਈ ਮਨੀ ਸਿੰਘ ਜੀ ਉਸ ਰੂਪ ਦੀ ਲਿਖਵਾਈ ਕਰਦੇ, ਸਿਆਹੀ ਤਿਆਰ ਕਰਕੇ ਦੇਣੀ, ਅੰਗ ਤਿਆਰ ਕਰਕੇ ਦੇਣੇ ਸਤਿਗੁਰੂ ਜੀ ਦੀ ਬਾਣੀ ਲਿਖਣ ਵਾਲੇ, ਔਰ ਕਲਮਾਂ ਘੜ ਕੇ ਦੇਣੀਆਂ, ਨਾਲ ਕੋਲੇ ਬੈਠ ਕੇ ਸਾਰੀ ਸੁਧਾਈ ਦੇ ਨਾਲ ਸਰੂਪ ਲਿਖਵਾਉਣਾ। ਇਹ ਸਾਰੀਆਂ ਸੇਵਾਵਾਂ ਬਾਬਾ ਦੀਪ ਸਿੰਘ ਜੀ ਆਪ ਕਰਿਆ ਕਰਦੇ ਸਨ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਸਮੇਂ ਵਿੱਚ
1763 ਸੰਮਤ 1706 ਈਸਵੀ 23 ਸਾਵਣ ਵਾਲੇ ਦਿਨ 9 ਮਹੀਨਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਲਿਖਵਾਇਆ ਗਿਆ। ਔਰ ਜਿੰਨੀ ਬਾਣੀ ਹਜ਼ੂਰ ਉਚਾਰਨ ਕਰਦੇ ਉਤਨੀ ਬਾਣੀ ਲਿਖਵਾਉਂਦੇ, ਔਰ ਲਿਖਵਾਉਣ ਤੋਂ ਉਪਰੰਤ ਦਿਨ ਦੇ ਪਿਛਲੇ ਪਹਿਰ ਉਤਨੀ ਹੀ ਗੁਰਬਾਣੀ ਦੇ ਅਰਥ 48 ਸਿੰਘਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਇਆ ਕਰਦੇ। ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ, ਇਹ ਕਥਾ ਦੀ ਦਾਤ, ਗੁਰਬਾਣੀ ਦੇ ਅਰਥਾਂ ਦੀ ਦਾਤ ਆਪਣੇ ਖਾਲਸੇ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ ਹੈ। ਸਾਰੀ ਗੁਰਬਾਣੀ ਦੇ ਅਰਥ ਆਪਣੇ ਮੁਖਾਰ ਬਿੰਦ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਆਪ ਸਰਵਣ ਕਰਵਾਏ ਹਨ। ਇਸ ਲਈ ਸਾਰੀ ਕਥਾ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ, ਉੱਥੇ ਸਾਰੀ ਕਥਾ 48 ਸਿੰਘਾਂ ਸਮੇਤ ਭਾਈ ਮਨੀ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਨੇ ਚੌਂਕੜੇ ਵਿੱਚ ਬੈਠ ਕੇ ਸਰਵਣ ਕਰਨੀ। ਔਰ ਜਦੋਂ ਇਹ ਸਾਰੀ ਗੁਰਬਾਣੀ ਦਾ ਸਰੂਪ ਸੰਪੂਰਨ ਹੋਇਆ, 25 ਸਿੰਘਾਂ ਨੂੰ ਲਾ ਕੇ ਅਖੰਡ ਪਾਠ ਸ੍ਰੀ ਤਖਤ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਕੀਤਾ ਗਿਆ। 5 ਅਖੰਡ ਪਾਠੀ, 5 ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਪਾਠੀ, 5 ਸੇਵਾਦਾਰ, 5 ਮੂਲ ਮੰਤਰ ਗੁਰਮੰਤਰ ਦਾ ਜਾਪ ਅਤੇ ਧੂਫ ਦੀ ਸੇਵਾ ਕਰਨ ਵਾਲੇ ਸਿੰਘ, 5 ਲਾਂਗਰੀ ਸਿੰਘਾਂ ਨੂੰ, ਇਉਂ 25 ਸਿੰਘਾਂ ਨੂੰ ਲਾ ਕੇ ਅਖੰਡ ਪਾਠ ਦੀ ਮਰਜ਼ਾਦਾ ਸਤਿਗੁਰੂ ਜੀ ਨੇ ਆਪ ਸਥਾਪਿਤ ਕੀਤੀ। ਔਰ ਸਾਰਾ ਅਖੰਡ ਪਾਠ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਚੌਂਕੜੇ ਵਿੱਚ ਬੈਠ ਕੇ ਸਰਵਣ ਕੀਤਾ। ਭੋਗ ਤੋਂ ਉਪਰੰਤ ਟੋਡੀ ਮਹੱਲਾ 5ਵਾਂ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਇਹ ਸ਼੍ਰੀ ਮੁਖਵਾਕ ਆਏ ਸਨ ਉਸ ਵਕਤ। ਤਾਂ ਹਜ਼ੂਰ ਨੂੰ ਉਸ ਵਕਤ ਧੰਨ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਜੇਕਰ ਸਾਡੀ ਸੇਵਾ ਪ੍ਰਵਾਨ ਹੈ ਤਾਂ ਸਾਡੇ ਤੇ ਆਪ ਖੁਸ਼ੀਆਂ ਕਰੋ, ਬਖਸ਼ਿਸ਼ਾਂ ਕਰੋ। ਸਾਨੂੰ ਕੀ ਆਗਿਆ ਹੈ ਹਜ਼ੂਰ, ਆਪ ਜੀ ਦਾ ਕੀ ਹੁਕਮ ਹੈ। ਹਜ਼ੂਰ ਨੇ ਬਚਨ ਕੀਤਾ ਬਾਬਾ ਦੀਪ ਸਿੰਘ ਜੀ ਨੂੰ, ਕਹਿਣ ਲੱਗੇ, ਭਾਈ ਦੀਪ ਸਿੰਘ ਜੀ, ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥਾਂ ਦੀ ਟਕਸਾਲ ਦਮਦਮਾ ਸਾਹਿਬ ਜੀ ਦੇ ਇਸ ਤਖਤ ਦੇ ਉੱਤੇ, ਤੁਸੀਂ ਇਸ ਤਖਤ ਉੱਤੇ ਰਹਿ ਕੇ ਅੱਜ ਤੋਂ ਅਸੀਂ ਦਮਦਮੀ ਟਕਸਾਲ ਜਥੇਬੰਦੀ ਦੀ ਸਥਾਪਨਾ ਕਰਦੇ ਹਾਂ ਔਰ ਇਸ ਜਥੇਬੰਦੀ ਦਾ ਪਹਿਲਾ ਮੁਖੀ ਤੁਹਾਨੂੰ ਥਾਪਦੇ ਹਾਂ। ਔਰ ਅੱਜ ਤੋਂ ਤੁਸੀਂ ਇਹ ਜੋ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਸਾਡੀ ਰਸਨਾ ਤੋਂ ਸੁਣੇ ਹੈ, ਇਹ ਆਪਣੇ ਆਉਣ ਵਾਲੇ ਸਮੇਂ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹਾਉਣੇ ਹੈ। ਇਹ ਸੇਵਾ ਤੁਹਾਡੀ ਹੈ। ਔਰ ਨਾਲ ਵਰਦਾਨ ਦਿੱਤਾ, ਕਹਿੰਦੇ ਇਹ ਸੇਵਾ ਕਰਦਿਆਂ ਕਰਦਿਆਂ ਧਰਮ ਦੀ ਖਾਤਰ ਜੇ ਕਿਤੇ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਤੁਹਾਡਾ ਸੀਸ ਧੜ ਨਾਲੋਂ ਅਲੱਗ ਹੋ ਗਿਆ, ਜਿਹੜਾ ਆਨੰਦ ਤੁਹਾਨੂੰ ਅੱਜ ਪ੍ਰਾਪਤ ਹੋਇਆ, ਇਸ ਆਨੰਦ ਵਿੱਚ ਫਰਕ ਨਹੀਂ ਪਏਗਾ। ਔਰ ਭਾਈ ਮਨੀ ਸਿੰਘ ਜੀ ਨੂੰ ਵਰਦਾਨ ਦਿੱਤਾ ਕਿ ਤੁਸੀਂ ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੁੱਖ ਗ੍ਰੰਥੀ, ਜਿਸ ਨੂੰ ਹੈੱਡ ਗ੍ਰੰਥੀ ਦਾ ਅੱਜ ਰੁਤਬਾ ਕਿਹਾ ਜਾਂਦਾ ਹੈ, ਮੁੱਖ ਗ੍ਰੰਥੀ ਦੀ ਸੇਵਾ ਸੰਭਾਲ ਔਰ ਉੱਥੇ ਰਹਿ ਕੇ ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹਾਉਣੇ। ਜੇ ਕਿਤੇ ਧਰਮ ਦੀ ਖਾਤਰ ਤੁਹਾਡਾ ਬੰਦ ਕੱਟਿਆ ਗਿਆ ਤਾਂ ਇਸ ਆਨੰਦ ਵਿੱਚ ਕਦੇ ਫਰਕ ਨਹੀਂ ਪਏਗਾ। ਸਾਧ ਸੰਗਤ ਜੀ, ਕਿੰਨੇ ਵੱਡੇ ਵੱਡੇ ਸ਼ਹੀਦ, ਭਾਈ ਤਾਰਾ ਸਿੰਘ ਜੀ ਵਾਂ, ਇਸੇ ਹੀ ਤਰ੍ਹਾਂ ਇਹ ਸਾਰੇ ਜਿੰਨੇ ਵੱਡੇ ਤੋਂ ਵੱਡੇ ਸ਼ਹੀਦ ਹੋਏ, ਭਾਈ ਤਾਰੂ ਸਿੰਘ ਜੀ ਪੂਲਿਆਂ ਵਾਲੇ, ਇਹ ਸਾਰੇ ਭਾਈ ਮਨੀ ਸਿੰਘ ਜੀ ਦੇ ਜਥੇ ਵਿੱਚੋਂ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਅਰਥ ਪੜ੍ਹ ਕੇ ਗਏ ਸਨ। ਸੋ ਸਾਧ ਸੰਗਤ ਜੀ, ਐਸਾ ਮਹਾਨ ਸ਼ਹੀਦ, ਮੈਂ ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਨੇੜੇ ਹੋ ਗਿਆ, ਐਸੇ ਮਹਾਨ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਮੇਰੇ ਵਾਜਾਂ ਵਾਲੇ ਸਤਿਗੁਰੂ ਕੋਲੋਂ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਔਰ ਅੱਜ ਦੇ ਦਿਨ ਜਦੋਂ ਸਮੇਂ ਦੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਦਾ ਤਹਈਆ ਕੀਤਾ ਹੋਇਆ ਸੀ, ਪਵਿੱਤਰ ਸਰੋਵਰ ਦੀ ਘੇਰਾਬੰਦੀ ਕੀਤੀ ਹੋਈ ਸੀ, ਸ੍ਰੀ ਹਰਿਮੰਦਰ ਸਾਹਿਬ ਨੂੰ ਜ਼ਾਲਮਾਂ ਦੇ ਘੇਰੇ ਵਿੱਚੋਂ ਆਜ਼ਾਦ ਕਰਾਉਣ ਲਈ
ਗਿਣਤੀ ਦੇ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਅਰਦਾਸ ਕਰਕੇ ਚੱਲੇ ਹੈ। ਔਰ ਅੱਜ ਦੇ ਦਿਨ ਅੰਮ੍ਰਿਤ ਵੇਲੇ ਲਗਭਗ 3 ਵਜੇ ਪਹਿਲੀ ਪਹਿਰ, ਪਿਛਲਾ ਪਹਿਰ, ਜਿਸ ਨੂੰ ਅੰਮ੍ਰਿਤ ਵੇਲੇ ਦਾ ਪਹਿਰ ਵੀ ਕਿਹਾ ਜਾਂਦਾ ਹੈ, ਸੋ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਪਹਿਰ ਸ਼ੁਰੂ ਹੋਇਆ। ਸ੍ਰੀ ਤਰਨ ਤਾਰਨ ਸਾਹਿਬ ਬਾਬਾ ਜੀ ਨੇ ਪਹੁੰਚ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਦੇਗ ਹਾਜ਼ਰ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਧਰਮ ਦੀ ਖਾਤਰ ਜੂਝਣ ਦਾ ਸਮਾਂ ਆ ਗਿਆ। ਸੱਚੇ ਪਾਤਸ਼ਾਹ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਜਿੰਨਾ ਚਿਰ ਮੈਂ ਜ਼ਾਲਮਾਂ ਦੀ ਘੇਰੇਬੰਦੀ ਦੇ ਵਿੱਚੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ, ਉਨਾ ਚਿਰ ਮੈਂ ਸ਼ਹਾਦਤ ਨਹੀਂ ਪ੍ਰਾਪਤ ਕਰਾਂਗਾ। ਉੱਥੋਂ ਅਰਦਾਸ ਕਰਕੇ ਬਾਬਾ ਜੀ ਚੱਲੇ ਆ ਔਰ ਇੱਥੇ ਤੱਕ ਆਉਂਦਿਆਂ ਗੋਲਵੜ ਦੇ ਮੈਦਾਨ ਤੱਕ 5000 ਸਿੰਘਾਂ ਦਾ ਜਥਾ ਬਾਬਾ ਜੀ ਦੇ ਨਾਲ ਉਸ ਸਮੇਂ ਹਾਜ਼ਰ ਸੀ। ਔਰ ਉਸ ਵਕਤ ਸਾਧ ਸੰਗਤ ਜੀ ਬਾਬਾ ਜੀ ਨੇ ਇੱਥੇ ਵੀ ਜਿੰਨਾ ਖਾਲਸਾ, ਜਿੰਨੇ ਸੂਰਬੀਰ ਯੋਧੇ ਬਹਾਦਰ ਸੂਰਮੇ ਨਾਲ ਸਨ, ਉਹਨਾਂ ਨੂੰ ਮੁਖਾਤਬ ਹੁੰਦਿਆਂ ਬਚਨ ਕੀਤਾ ਕਿ ਜਿਨ੍ਹਾਂ ਨੂੰ ਧਰਮ ਪਿਆਰਾ, ਲੀਕ ਬਾ ਕੇ ਬਚਨ ਕੀਤਾ ਕਿ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਜਾਨ ਨਾਲੋਂ ਪਿਆਰਾ, ਜਿਨ੍ਹਾਂ ਨੂੰ ਧਰਮ ਪਿਆਰਾ, ਜਿਨ੍ਹਾਂ ਨੂੰ ਸ਼ਹਾਦਤ ਦੇਣ ਦਾ ਚਾਅ ਹੈ, ਉਹ ਸਾਰੇ ਇਸ ਤਰਫ ਆ ਜਾਓ। ਜਿਨ੍ਹਾਂ ਨੂੰ ਘਰਾਂ ਦਾ ਮੋਹ ਹੈ, ਦੁਨੀਆ ਦੇ ਪਦਾਰਥਾਂ ਦੇ ਸੁੱਖ ਭੋਗਣ ਦੀ ਅਜੇ ਇੱਛਾ, ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹਨ। ਸ਼ਹਾਦਤ ਦੇਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ कि साध संगत जी जिसका अंतर बसै निरंकार तिसकी सीख तरह संसार। ये गुरबाणी दे बचन हैं जिन्हां दे हिरदे विच वाहिगुरू दा नाम वसदा, उन्हां दे बचनां विच बरकत हुंदी है कि 5000 ਸਿੰਘਾਂ ਦੇ ਵਿੱਚੋਂ ਇੱਕ ਵੀ ਸਿੰਘ ਘਰ ਨੂੰ ਮੁੜ ਕੇ ਨਹੀਂ ਗਿਆ। ਸਾਰੇ ਦੇ ਸਾਰੇ ਬਾਬਾ ਜੀ ਦੇ ਨਾਲ ਹਾਜ਼ਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਸਤੇ ਤਿਆਰ ਹੋਏ। ਬੜਾ ਘਮਸਾਨ ਦਾ ਯੁੱਧ ਹੋਇਆ ਔਰ ਇਸ ਸਥਾਨ ਤੇ ਪਹੁੰਚਦਿਆਂ ਜਦੋਂ ਆਪਾਂ ਇੱਥੋਂ ਅੱਗੇ ਜਾਂਦੇ ਹਾਂ, ਸ਼ਹੀਦ ਧੰਨ ਬਾਬਾ ਨੌਧ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਇਹ ਧੰਨ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮੀਤ ਜਥੇਦਾਰ ਸਨ। ਇਸ ਕਰਕੇ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਦੇ ਸਿੰਘਾਂ ਦੀ ਉੱਥੇ ਸ਼ਹਾਦਤ ਹੋਈ। ਇਸ ਸਥਾਨ ਤੇ ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਸੁਭਾਏਮਾਨ ਅੱਜ ਦੇ ਦਿਨ ਅੰਮ੍ਰਿਤ ਵੇਲੇ ਦਿਨ ਦਾ ਪਹਿਲਾ ਪਹਿਰ ਸ਼ੁਰੂ ਹੋ ਚੁੱਕਾ ਹੈ। ਸਾਧ ਸੰਗਤ ਜੀ 4 ਪਹਿਰ ਲਗਾਤਾਰ, ਭਾਵ 12 ਘੰਟੇ ਲਗਾਤਾਰ ਬਾਬਾ ਦੀਪ ਸਿੰਘ ਜੀ ਇਸ ਧਰਮ ਦੇ ਯੁੱਧ ਦੇ ਵਿੱਚ ਲਗਾਤਾਰ ਜੂਝਦੇ ਰਹੇ ਹੈ ਅੱਜ ਦੇ ਦਿਨ। ਔਰ ਉਸ ਵਕਤ 75 ਤੋਂ ਲੈ ਕੇ 80 ਸਾਲ ਦੇ ਵਿਚਕਾਰ ਬਾਬਾ ਜੀ ਦੇ ਸਰੀਰ ਦੀ ਬਿਰਧ ਅਵਸਥਾ ਸੀ। 18 ਸ਼ੇਰ ਪੱਕੇ ਦਾ ਖੰਡਾ ਪਕੜ ਕੇ ਮੈਦਾਨੇ ਜੰਗ ਵਿੱਚ ਜੂਝ ਰਹੇ ਹੈ। ਔਰ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਇਹ ਬਚਨ ਸੁਣਾਇਆ ਕਰਦੇ ਕਿ ਇਸ ਅਸਥਾਨ ਤੇ ਬਾਬਾ ਜੀ ਦਾ ਮੁਗਲਿਆ ਹਕੂਮਤ ਦਾ ਜੋ ਜਰਨੈਲ ਸੀ ਯਾਕੂਬ ਖਾਂ, ਉਸ ਦੇ ਨਾਲ ਬਾਬਾ ਜੀ ਦਾ ਸਾਹਮਣਾ ਹੋਇਆ। ਉਸ ਨੇ 3 ਵਾਰ ਆਪਣੇ ਬਰਛੇ ਦੇ ਬਾਬਾ ਜੀ ਦੇ ਉੱਤੇ ਕੀਤੇ, ਫਿਰ ਤਲਵਾਰਾਂ ਨਾਲ ਬਾਬਾ ਜੀ ਨੇ ਇੱਕੋ ਹੀ ਗੁਰਜ ਦਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪ੍ਰਲੋਕ ਨੂੰ ਭੇਜ ਦਿੱਤਾ। ਇੱਕ ਪਾਸੇ ਬਿਰਧ ਬਾਬਾ ਤੇ ਦੂਸਰੇ ਪਾਸੇ ਮੁਗਲਾਂ ਦਾ ਬੜਾ ਪ੍ਰਸਿੱਧ ਜਰਨੈਲ ਭਰ ਜਵਾਨੀ ਜੀ ਦੀ ਉਮਰ, ਜਿਹੜਾ ਹਜ਼ਾਰਾਂ ਨੂੰ ਇੱਕੋ ਵੇਰੀ ਆਪਣੇ ਵਾਰਾਂ ਨਾਲ ਮੌਤ ਦੇ ਘਾਟ ਉਤਾਰ ਦੇਵੇ। ਇੱਕੋ ਹੀ ਗੁਰਜ ਦੇ ਵਾਰ ਨਾਲ ਬਾਬਾ ਜੀ ਨੇ ਮੌਤ ਦੇ ਘਾਟ ਉਤਾਰਿਆ। ਫਿਰ ਜਮਾਲ ਖਾਂ ਸਾਹਮਣੇ ਆਇਆ। ਜਮਾਲ ਖਾਂ ਨੂੰ ਬਾਬਾ ਜੀ ਨੇ ਵੰਗਾਰਿਆ ਕਿ ਜਮਾਲ ਖਾਂ ਆ, ਤੂੰ ਜ਼ਾਲਮਾਂ ਦਾ ਸੂਰਮਾ, ਮੈਂ ਗੁਰੂ ਕਲਗੀਧਰ ਦਾ ਸੇਵਾਦਾਰ। ਤੂੰ ਨੌਜਵਾਨ ਉਮਰ ਦੇ ਵਿੱਚ ਹੈ, ਮੈਂ ਬਿਰਧ ਅਵਸਥਾ ਦੇ ਵਿੱਚ ਹਾਂ। ਆ ਅੱਜ ਅਖੀਰਲਾ ਸਮਾਂ ਆਪਣਾ, ਜੂਝੀਏ ਮੈਦਾਨੇ ਜੰਗ ਵਿੱਚ, ਬਗਾਨੇ ਪੁੱਤ ਮਰਾਉਣ ਦਾ ਕੋਈ ਲਾਭ ਨਹੀਂ। ਤੂੰ ਸਾਡੇ ਨਾਲ ਜੂਝ, ਜੇ ਅਸੀਂ ਸ਼ਹਾਦਤ ਪ੍ਰਾਪਤ ਕਰ ਗਏ
ਤਾਂ ਜੋ ਤੂੰ ਚਾਹਵੇਂਗਾ ਕਰੀ। ਜੇ ਤੈਨੂੰ ਮਾਰ ਲਿਆ ਤੇਰੀ ਫੌਜ ਛੱਡ ਕੇ ਦਰਬਾਰ ਸਾਹਿਬ ਤੋਂ ਲਾਂਭੇ ਹੋ ਜਾਏ। ਸੋ ਸਾਧ ਸੰਗਤ ਜੀ, ਮੁਕਾਬਲਾ ਹੋਇਆ। ਜਹਾਨ ਖਾਨ ਨੇ ਬਾਬਾ ਜੀ ਦੇ ਉੱਤੇ 3 ਵਾਰ ਲਗਾਤਾਰ ਕੀਤੇ। ਜਦੋਂ ਫਿਰ ਬਾਬਾ ਜੀ ਨੇ ਇਹ ਗੁਰੂ ਘਰ ਦੀ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਇਹ ਸਤਿਗੁਰਾਂ ਨੇ ਮਰਜ਼ਾਦਾ ਬਣਾਈ ਕਿ ਜ਼ਾਲਮ ਦੇ ਦੋ ਵਾਰ ਸਹਾਰ ਕੇ ਫਿਰ ਤੀਸਰਾ ਵਾਰ ਕਰਨਾ। ਬਾਬਾ ਜੀ ਨੇ ਉਸ ਪਰੰਪਰਾ ਨੂੰ ਸਦਾ ਵਾਸਤੇ ਸੁਰਜੀਤ ਰੱਖਦਿਆਂ ਜਮਾਲ ਖਾਨ ਦੇ ਵਾਰ ਜਾਂ ਜਹਾਨ ਖਾਨ ਕਹਿ ਲਓ, ਜਹਾਨ ਖਾਨ ਦੇ ਵਾਰ ਆਪਣੇ ਸਰੀਰ ਉੱਤੇ 3 ਵਾਰ ਰੋਕ ਕੇ ਜਦੋਂ ਚੌਥਾ ਵਾਰ ਖੰਡੇ ਦਾ ਕੀਤਾ ਤਾਂ ਉਧਰੋਂ ਫਿਰ ਜਹਾਨ ਖਾਨ ਨੇ ਚੌਥਾ ਵਾਰ ਬਾਬਾ ਜੀ ਤੇ ਕੀਤਾ। ਤਾਂ ਦੋਨਾਂ ਹੀ ਬਹਾਦਰਾਂ ਦੇ ਸੂਰਮਿਆਂ ਦੇ ਧੜ ਨਾਲੋਂ ਸੀਸ ਅਲੱਗ ਹੋਏ। ਤਾਂ ਉਸ ਵਕਤ ਬਾਬਾ ਜੀ ਦੇ ਜਥੇ ਦੇ ਸਿੰਘ ਜਥੇਦਾਰ ਭਾਈ ਨੱਥਾ ਸਿੰਘ ਜੀ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਕਿ ਜ਼ਾਲਮਾਂ ਦੇ ਘੇਰੇ ਵਿੱਚੋਂ ਆਜ਼ਾਦ ਕਰਾ ਕੇ ਹਰਿਮੰਦਰ ਸਾਹਿਬ ਨੂੰ ਮੈਂ ਉੱਥੇ ਤੱਕ ਜਾ ਕੇ ਸ਼ਹਾਦਤ ਦਿਆਂਗਾ, ਤੇ ਤੁਸੀਂ ਤਾਂ ਇੱਥੇ ਸ਼ਹੀਦੀ ਪ੍ਰਾਪਤ ਕਰ ਲਈ। ਇਤਿਹਾਸ ਵਿੱਚ ਜ਼ਿਕਰ ਆਇਆ ਕਿ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਗੱਜ ਕੇ ਜਕਾਰਾ ਗਜਾਇਆ ਔਰ ਆਪਣਾ ਸੀਸ ਖੱਬੇ ਹੱਥ ਦੀ ਤਲੀ ਤੇ ਰੱਖ ਕੇ ਸੱਜੇ ਹੱਥ ਵਿੱਚ 18 ਸ਼ੇਰ ਪੱਕੇ ਦਾ ਖੰਡਾ ਪਕੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਪਣਾ ਚਿਹਰਾ ਕਰਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਏ ਚੱਲ ਪਏ। ਪੁਰਾਣੇ 6 ਮੀਲ ਬਣਦੇ ਆ, 6 ਮੀਲ ਦਾ ਪੈਂਡਾ ਤੈਅ ਕਰਦੇ ਹੋਏ ਅੱਜ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਜਾ ਕੇ ਕੁਝ ਇਤਿਹਾਸਕਾਰਾਂ ਨੇ ਬੜੀ ਮਨਮਤ ਲਿਖੀ ਹੈ। ਅਖੇ ਜੀ ਬਾਬਾ ਜੀ ਨੂੰ ਗਹਿਰਾ ਫੱਟ ਲੱਗਾ ਤੇ ਆਪਣੇ ਸੀਸ ਨੂੰ ਆਪਣੇ ਇੱਕ ਹੱਥ ਦਾ ਆਸਰਾ ਦੇ ਕੇ ਜੂਝਦੇ ਗਏ। ਖਾਲਸਾ ਜੀ, ਧੰਨ ਬਾਬਾ ਦੀਪ ਸਿੰਘ ਜੀ ਨੇ ਮੇਰੇ ਸਤਿਗੁਰੂ ਜੀ ਦੀਆਂ ਉਹ ਪੰਕਤੀਆਂ ਜੋ ਗੁਰਬਾਣੀ ਵਿੱਚ ਆਪ ਸਤਿਗੁਰਾਂ ਨੇ ਉਚਾਰਨ ਕਰਾ ਕੇ ਲਿਖਵਾਈਆਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹ ਪੰਕਤੀਆਂ ਨੂੰ ਸੰਸਾਰ ਦੇ ਵਿੱਚ ਉਹਨਾਂ ਪੰਕਤੀਆਂ ਦਾ ਇਤਿਹਾਸ ਸਦਾ ਵਾਸਤੇ ਦੁਨੀਆ ਦੇ ਅੰਦਰ ਇਹ ਇਤਿਹਾਸ ਨੂੰ ਸਥਾਪਿਤ ਕਰਨ ਲਈ ਬਾਬਾ ਜੀ ਨੇ ਸੀਸ ਤਲੀ ਤੇ ਰੱਖ ਕੇ ਮੈਦਾਨੇ ਜੰਗ ਵਿੱਚ ਜੂਝਦੇ ਗਏ ਔਰ ਪ੍ਰਕਰਮਾਂ ਦੇ ਵਿੱਚ ਆਪਣਾ ਸੀਸ ਭੇਟਾ ਕਰਕੇ ਅੱਜ ਦੇ ਦਿਨ ਧੰਨ ਬਾਬਾ ਦੀਪ ਸਿੰਘ ਜੀ ਨੇ ਮਹਾਨ ਸ਼ਹੀਦੀ ਦਿੱਤੀ ਹੈ। ਉਹਨਾਂ ਮਹਾਨ ਸ਼ਹੀਦ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਆਪਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸੋ ਸਾਧ ਸੰਗਤ ਜੀ, ਬਾਬਾ ਜੀ ਨੇ ਕਿਤਨੇ ਵੱਡੇ ਵੱਡੇ ਪਰਉਪਕਾਰ ਕੀਤੇ। ਹਜ਼ਾਰਾਂ ਹੀ ਸਿੰਘਾਂ ਨੂੰ ਆਪਣੇ ਹੱਥੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਆਪਣੇ ਹੱਥੀਂ ਲਿਖੇ। ਆਦਿ ਬਾਣੀ ਦੇ ਅਰਥ ਅਤੇ ਸ਼ੁੱਧ ਸੰਥਿਆ। ਦਸਮ ਪਿਤਾ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਲਿਖੇ ਅਤੇ ਉਹ ਦਸਮ ਦੀ ਬਾਣੀ ਦਾ ਪਾਠ ਅਤੇ ਅਰਥ ਆਪਣੇ ਖਾਲਸੇ ਪੰਥ ਨੂੰ ਇਹ ਗੁਰਬਾਣੀ ਦਸਮ ਦੀ ਬਾਣੀ ਆਦਿ ਦੀ ਬਾਣੀ ਦਾ ਪਾਠ ਅਤੇ ਅਰਥ ਇਹ ਬਾਬਾ ਦੀਪ ਸਿੰਘ ਜੀ ਨੇ ਅੱਗੇ ਤੋਂ ਅੱਗੇ ਸੀਨਾ ਬਸੀਨਾ ਗੁਰਸਿੱਖਾਂ ਨੂੰ ਪੜ੍ਹਾਉਣ ਦੀਆਂ ਸੇਵਾਵਾਂ ਨਿਭਾਈਆਂ। ਸੋ ਖਾਲਸਾ ਜੀ, ਅੱਜ ਬਾਬਾ ਦੀਪ ਸਿੰਘ ਜੀ ਦੀ ਸਥਾਪਿਤ ਕੀਤੀ ਹੋਈ ਮਹਾਨ ਜਥੇਬੰਦੀ ਕਲਗੀਧਰ ਪਾਤਸ਼ਾਹ ਜੀ ਦੀ ਸਥਾਪਿਤ ਕੀਤੀ ਹੋਈ ਜਥੇਬੰਦੀ ਧੰਨ ਬਾਬਾ ਦੀਪ ਸਿੰਘ ਜੀ ਜਿਸ ਜਥੇਬੰਦੀ ਦੇ ਪਹਿਲੇ ਮੁਖੀ ਸਨ, ਉਹ ਜਥੇਬੰਦੀ ਵੱਲੋਂ ਅੱਜ ਵੀ ਖਾਲਸਾ ਪੰਥ ਦੀ ਸੇਵਾ ਕਰਦੇ ਹਾਂ। ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ, ਗੁਰਬਾਣੀ ਦੇ ਸ਼ੁੱਧ ਪਾਠ ਅਤੇ ਅਰਥਾਂ ਦੀਆਂ ਸੇਵਾਵਾਂ ਨਿਰੰਤਰ ਜਾਰੀ ਹਨ। ਇਹ ਕਮਾਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹੀ ਖਾਲਸੇ ਪੰਥ ਦੇ ਅੰਦਰ ਵਰਤ ਰਹੀ ਹੈ। ਸੋ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ, ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਮੇਰੀ ਬੇਨਤੀ ਹੈ, ਭਾਈ ਨੰਦ ਲਾਲ ਸਿੰਘ ਜੀ ਦੇ ਬਚਨ ਦੁਹਰਾ ਕੇ ਮੈਂ ਸਮਾਪਤੀ ਕਰਦੇ ਹਾਂ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਅਸਾਡੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਆਗੈ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ।
ਜਿਨ੍ਹਾਂ ਨੇ ਅਜੇ ਤੱਕ ਭਾਈ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਬੇਨਤੀ, ਅੰਮ੍ਰਿਤ ਸੰਚਾਰ ਹੋ ਰਿਹਾ। ਜੇ ਬਾਬਾ ਜੀ ਦੇ ਚਰਨਾਂ ਵਿੱਚ ਆਪਾਂ ਨਤਮਸਤਕ ਹੋਣ ਆਏ ਹਾਂ ਤਾਂ ਅੰਮ੍ਰਿਤ ਛਕ ਕੇ ਜ਼ਰੂਰ ਆਪਣੇ ਘਰਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕਲਗੀਆਂ ਵਾਲੇ ਦੀਆਂ ਬਖਸ਼ਿਸ਼ਾਂ ਤੇ ਖੁਸ਼ੀਆਂ ਲੈ ਕੇ ਜਾਈਏ। ਸੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ ਆ, ਉਹ ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਇਹ ਦਾਸ ਦੀਆਂ ਬੇਨਤੀਆਂ ਸਨ, ਆਪ ਜੀ ਦੇ ਚਰਨਾਂ ਵਿੱਚ ਪ੍ਰਵਾਨ ਕਰਨੀਆਂ। ਮੈਂ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ, ਜੋ ਇਸ ਸਥਾਨ ਦੇ ਮੁੱਖ ਪ੍ਰਬੰਧਕ ਵੀ ਹਨ, ਔਰ ਬਾਬਾ ਦਰਸ਼ਨ ਸਿੰਘ ਜੀ ਨੇ ਦਮਦਮੀ ਟਕਸਾਲ ਵਿੱਚੋਂ ਹੀ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ। ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵਿੱਚੋਂ ਬਾਬਾ ਸੋਹਣ ਸਿੰਘ ਜੀ ਗੁਰਦੁਆਰਾ ਬੰਦਾ ਘਾਟ ਸਾਹਿਬ ਵਾਲੇ, ਜੋ ਬੜੀ ਚੜ੍ਹਦੀ ਕਲਾ ਵਾਲੇ ਗੁਰਮੁਖ ਆਤਮਾ ਸਨ, ਉਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਰਹਿ ਕੇ ਬੇਅੰਤ ਸਿੰਘਾਂ ਨੂੰ ਆਦ ਅਤੇ ਦਸਮ ਦੀ ਬਾਣੀ ਦੇ ਸ਼ੁੱਧ ਪਾਠ ਦੀ ਸੰਥਿਆ ਕਰਵਾਈ, ਔਰ ਬਹੁਤ ਉੱਚ ਕੋਟੀ ਦੀ ਸ਼ਸਤਰ ਵਿਦਿਆ ਦੇ ਗਤਕਈ ਸਨ, ਧਨੀ ਸਨ। ਉਹਨਾਂ ਨੇ ਅੱਜ ਜੋ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਉੱਥੇ ਸੇਵਾ ਨਿਭਾ ਰਹੇ ਹੈ। ਬਾਬਾ ਕੁਲਵੰਤ ਸਿੰਘ ਜੀ ਨੇ ਵੀ ਉਹਨਾਂ ਕੋਲੋਂ ਦਸਮ ਦੀ ਬਾਣੀ ਦੀ ਸੰਥਿਆ ਲਈ, ਔਰ ਉਹਨਾਂ ਨੇ ਸਾਧ ਸੰਗਤ ਜੀ ਹਜ਼ੂਰ ਸਾਹਿਬ ਵਿਖੇ ਅਣਗਿਣਤ ਸਿੰਘਾਂ ਨੂੰ ਆਦ ਅਤੇ ਦਸਮ ਦੀ ਬਾਣੀ ਦੀ ਸ਼ੁੱਧ ਸੰਥਿਆ ਕਰਵਾਈ। ਔਰ ਬਾਬਾ ਦਰਸ਼ਨ ਸਿੰਘ ਜੀ ਨੇ ਵੀ ਬਾਬਾ ਸੋਹਣ ਸਿੰਘ ਜੀ ਦੇ ਪਾਸ ਰਹਿ ਕੇ ਆਦ ਅਤੇ ਦਸਮ ਦੀ ਬਾਣੀ ਦੀ ਸ਼ੁੱਧ ਸੰਥਿਆ ਲਈ। ਔਰ ਬਾਬਾ ਦਰਸ਼ਨ ਸਿੰਘ ਜੀ ਦਾ ਇਹ ਬੜਾ ਪਰਉਪਕਾਰ ਹੈ ਕਿ ਬਾਬਾ ਜੀ ਇਸ ਸਥਾਨ ਦੀਆਂ ਸੇਵਾਵਾਂ ਬੜੀ ਚੜ੍ਹਦੀ ਕਲਾ ਨਾਲ ਨਿਭਾ ਰਹੇ ਆ। ਤੁਸੀਂ ਵੇਖ ਰਹੇ ਹੋ ਕਿਤਨੀ ਸੁੰਦਰ ਗੁਰੂ ਘਰ ਦੀ ਟਾਹਲਾ ਸਾਹਿਬ ਦੀ ਇਮਾਰਤ, ਸ਼ਹੀਦਾਂ ਦਾ ਸ਼ਹੀਦੀ ਗੰਜ ਸਥਾਨ, ਕਿਤਨਾ ਸੁੰਦਰ ਇਹਦੀ ਸੇਵਾ, ਲਾਮਿਸਾਲ ਸੇਵਾ ਹੋ ਰਹੀ ਹੈ। ਕੀਮਤੀ ਤੋਂ ਕੀਮਤੀ ਸੰਗੇ ਮਰਮਰ ਦੀ ਸੇਵਾ, ਸੁਨਹਿਰੀ ਕਲਸਾਂ ਦੀ ਸੇਵਾ ਅਤੇ ਇਸੇ ਤਰ੍ਹਾਂ ਇਮਾਰਤਾਂ ਦੀ, ਲੰਗਰਾਂ ਦੀ ਸੇਵਾ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਨਿਰੰਤਰ ਚੱਲ ਰਹੀਆਂ ਹਨ। ਆਪਾਂ ਵੱਧ ਚੜ੍ਹ ਕੇ ਇਹਨਾਂ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਵੀ ਪਾਉਣਾ, ਔਰ ਬਾਬਾ ਦਰਸ਼ਨ ਸਿੰਘ ਜੀ ਦਾ ਚੜ੍ਹਦੀ ਕਲਾ ਦੇ ਨਾਲ ਆਪਾਂ ਹਰ ਵਕਤ ਹਰ ਸਮੇਂ ਪੂਰਾ ਡਟ ਕੇ ਸਾਥ ਦੇਣਾ। ਸੋ ਮੈਂ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਸਟੇਜ ਤੇ ਬੇਅੰਤੀ ਧਾਰਮਿਕ ਹਸਤੀਆਂ ਮਹਾਂਪੁਰਖ ਸੁਭਾਈਮਾਨ ਹਨ, ਇੱਕ ਇੱਕ ਦਾ ਨਾਮ ਲਵਾਂਗਾ, ਬਹੁਤ ਸਮਾਂ ਲੱਗ ਜਾਏਗਾ। ਧੰਨ ਬਾਬਾ ਬਹਾਦਰ ਬਿਧੀ ਚੰਦ ਸਾਹਿਬ ਜੀ ਮਹਾਂਪੁਰਖ, ਉਹਨਾਂ ਦੇ ਅੰਸ਼ ਬੰਸ ਵਿੱਚੋਂ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦੇ ਸੁਪੁੱਤਰ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਪਹੁੰਚੇ ਹੈ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਜੀ ਖਡਾਲੇ ਵਾਲੇ, ਸੰਤ ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ, ਇਸੇ ਤਰ੍ਹਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਧਰਮਵੀਰ ਸਿੰਘ ਜੀ ਪਹੁੰਚੇ ਆ। ਹੋਰ ਵੀ ਮਹਾਂਪੁਰਖ ਪਹੁੰਚੇ ਆ। ਸਾਰਿਆਂ ਦੇ ਨਾਮ ਦਾਸ ਨੂੰ ਯਾਦ ਨਹੀਂ, ਸਾਰਿਆਂ ਨੇ ਖਿਮਾ ਕਰਨੀ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ